स्टार्ट। प्रेज द लॉर्ड। ਸਾਰਿਆਂ ਨੂੰ ਜੈ ਮਸੀਹ ਕੀ ਮਾਰਾਨਾਥਾ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਤੋਂ ਸਾਨੂੰ ਮੌਕਾ ਦਿੱਤਾ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿੱਖ ਸਕੀਏ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਵਿਸ਼ੇ ਤੇ ਧਿਆਨ ਕਰ ਰਹੇ ਹਾਂ ਔਰ ਸਾਡਾ ਵਿਸ਼ਾ ਸੀ ਕਿ ਬਾਈਬਲ ਕੀ ਹੈ। ਪਹਿਲੇ ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਈਬਲ ਪਰਮੇਸ਼ਰ ਦਾ ਵਚਨ ਹੈ। ਕਿਉਂ ਪਰਮੇਸ਼ਰ ਦਾ ਵਚਨ ਹੈ? ਕਿਉਂਕਿ ਇਹ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੈ। ਔਰ ਫਿਰ ਆਪਾਂ ਅੱਗੇ ਦੇਖਿਆ ਸੀ ਕਿ ਸਾਰੀ ਲਿਖਤ ਪਰਮੇਸ਼ਰ ਦੀ ਆਤਮਾ ਤੋਂ ਹੈ। ਔਰ ਆਪਾਂ ਦੇਖਿਆ ਕਿ ਪਰਮੇਸ਼ਰ ਦਾ ਜੋ ਵਚਨ ਹੈ ਉਹ ਜਿਉਂਦਾ ਵਚਨ ਹੈ, ਉਸ ਦੇ ਦੁਆਰਾ ਜੀਵਨ ਮਿਲਦਾ ਹੈ। ਪਰਮੇਸ਼ਰ ਦਾ ਵਚਨ ਸੱਚਾ ਵਚਨ ਹੈ। ਔਰ ਹੋਰ ਵੀ ਗੱਲਾਂ ਆਪਾਂ ਦੇਖੀਆਂ ਸੀ। ਔਰ ਉਸ ਤੋਂ ਬਾਅਦ ਆਪਾਂ ਦੂਸਰੇ ਪਾਰਟ ਦੇ ਵਿੱਚ ਦੇਖਿਆ ਸੀ ਕਿ ਨਵੇਂ ਨਿਯਮ ਦੇ ਵਿੱਚ ਬਾਈਬਲ ਨੂੰ ਦਿੱਤੇ ਗਏ 12 ਨਾਮ। ਤਾਂ ਮੈਂ ਇਹ ਵੀ ਦੱਸਿਆ ਸੀ ਕਿ ਸਾਡੇ ਪਰਮੇਸ਼ਰ ਦਾ ਵਚਨ ਸਿੱਖਣ ਦਾ, ਸਿਖਾਉਣ ਦਾ ਇੱਕ ਹੀ ਕਾਰਨ ਆ, ਉਹ ਇਹ ਆ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵੱਲ ਮੁੜੀਏ। ਅਸੀਂ ਪਵਿੱਤਰ ਬਾਈਬਲ ਦੇ ਬਾਰੇ ਹੋਰ ਵੀ ਇਹਨਾਂ ਦਿਨਾਂ ਦੇ ਵਿੱਚ ਸਿੱਖਾਂਗੇ। ਤੋ ਅਸੀਂ ਜਦੋਂ ਦੇਖਦੇ ਹਾਂ ਕਿ ਬਾਈਬਲ ਦੁਨੀਆ ਦੀ ਸਭ ਤੋਂ ਜ਼ਿਆਦਾ ਵਿਕੇ ਜਾਣ ਵਾਲੀ ਪੁਸਤਕ ਹੈ। ਬਾਈਬਲ ਦੀਆਂ ਬਹੁਤ ਵਿਸ਼ੇਸ਼ਤਾਵਾਂ ਆ, ਜਿਵੇਂ ਕਿ ਦੁਨੀਆ ਦੀ ਸਭ ਤੋਂ ਪਹਿਲਾਂ ਪ੍ਰਿੰਟ ਹੋਈ ਪੁਸਤਕ ਬਾਈਬਲ ਆ ਔਰ ਦੁਨੀਆ ਦੀ ਸਭ ਤੋਂ ਜ਼ਿਆਦਾ ਵਿਕੇ ਜਾਣ ਵਾਲੀ ਪੁਸਤਕ ਵੀ ਬਾਈਬਲ ਆ। ਪਰ ਦੁੱਖ ਦੀ ਗੱਲ ਇਹ ਆ ਕਿ ਸਭ ਤੋਂ ਘੱਟ ਪੜ੍ਹੀ ਜਾਣ ਵਾਲੀ ਪੁਸਤਕ ਵੀ ਬਾਈਬਲ ਆ। ਮਸੀਹ ਲੋਕ ਜਿਸ ਬਾਈਬਲ ਨੂੰ ਪਰਮੇਸ਼ਰ ਦਾ ਵਚਨ ਮੰਨਦੇ ਆ, ਵਿਸ਼ਵਾਸ ਕਰਦੇ ਆ ਕਿ ਬਾਈਬਲ ਹੀ ਪਰਮੇਸ਼ਰ ਦਾ ਵਚਨ ਹੈ, ਉਹ ਵੀ ਲੋਕ ਇਸ ਵਚਨ ਨੂੰ ਨਹੀਂ ਪੜ੍ਹਦੇ ਜਾਂ ਕਦੇ-ਕਦੇ ਪੜ੍ਹਦੇ ਆ। ਪਰ ਅਸੀਂ ਇਸ ਵਚਨ ਨੂੰ ਹਰ ਦਿਨ ਪੜ੍ਹਨਾ ਆ। ਇਹ ਵਚਨ ਸਾਡੇ ਆਤਮਾ ਦੀ ਜ਼ਰੂਰਤ ਆ। ਇਸ ਲਈ ਅਸੀਂ ਬਾਈਬਲ ਦੇ ਬਾਰੇ ਇਹਨਾਂ ਦਿਨਾਂ 'ਚ ਸਿੱਖ ਰਹੇ ਹਾਂ। ਅੱਜ ਅਸੀਂ ਇੱਕ ਹੋਰ ਨਵੀਂ ਗੱਲ ਦੇ ਬਾਰੇ ਸਿੱਖਾਂਗੇ ਔਰ ਅਸੀਂ ਇਹ ਸਿੱਖਾਂਗੇ ਕਿ ਬਾਈਬਲ ਜੋ ਪਰਮੇਸ਼ਰ ਦਾ ਵਚਨ ਹੈ ਔਰ ਇਹ ਵਚਨ ਮੇਰੇ ਆਤਮਾ ਦਾ ਭੋਜਨ ਹੈ। ਜਿਵੇਂ ਮਨੁੱਖ ਦੇ ਸਰੀਰ ਦੇ ਲਈ ਭੋਜਨ ਦੀ ਜ਼ਰੂਰਤ ਹੁੰਦੀ ਆ, ਮਨੁੱਖ ਨੂੰ ਸਰੀਰ ਦੇ ਵਿੱਚ ਤੰਦਰੁਸਤੀ ਦੇ ਲਈ ਮਨੁੱਖ ਦੁੱਧ, ਦਹੀਂ, ਮਾਸ, ਸਬਜ਼ੀਆਂ, ਅਲੱਗ-ਅਲੱਗ ਭੋਜਨ ਦਾ ਇਸਤੇਮਾਲ ਕਰਦਾ ਆ ਕਿ ਉਹ ਆਪਣੇ ਸਰੀਰ ਦੇ ਵਿੱਚ ਤੰਦਰੁਸਤ ਰਹਿ ਸਕੇ। ਉਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਜੋ ਆਤਮਾ ਆ, ਉਸ ਆਤਮਾ ਨੂੰ ਵੀ ਭੋਜਨ ਦੀ ਜ਼ਰੂਰਤ ਆ। ਮੈਂ ਪਹਿਲੀ ਕਲਾਸ ਦੇ ਵਿੱਚ ਇਹ ਦੱਸਿਆ ਸੀ ਕਿ ਮਨੁੱਖ ਜਿਹੜਾ ਆ ਉਹ ਆਤਮਿਕ ਤੌਰ ਦੇ ਉੱਪਰ ਮਰਿਆ ਆ। ਜੋ ਆਤਮਾ ਦੇ ਵਿੱਚ ਮਰੇ ਲੋਕ ਆ, ਉਹਨਾਂ ਲੋਕਾਂ ਨੂੰ ਵਚਨ ਦੀ ਕਦੇ ਵੀ ਭੁੱਖ ਨਹੀਂ ਲੱਗੂਗੀ। ਵਚਨ ਦੀ ਭੁੱਖ ਕਿਸ ਨੂੰ ਲੱਗਦੀ ਆ? ਜਿਸ ਦੇ ਆਤਮਾ ਦੇ ਵਿੱਚ ਜੀਵਨ ਆ। ਆਤਮਾ ਦੇ ਵਿੱਚ ਜੀਵਨ ਬੋਲਣ ਦਾ ਮਤਲਬ ਜਿਹਦਾ ਰਿਸ਼ਤਾ ਪਰਮੇਸ਼ਰ ਦੇ ਨਾਲ ਆ। ਔਰ ਜਦੋਂ ਸਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ ਹੁੰਦਾ ਆ, ਫਿਰ ਸਾਡੇ ਆਤਮਾ ਨੂੰ ਭੁੱਖ ਲੱਗਦੀ ਆ। ਔਰ ਆਤਮਾ ਦਾ ਭੋਜਨ ਹੈ ਪਰਮੇਸ਼ਰ ਦਾ ਵਚਨ। ਪਰਮੇਸ਼ਰ ਦੇ ਵਚਨ ਤੋਂ ਬਿਨਾਂ ਕੋਈ ਵੀ ਵਸਤੂ ਸਾਡੇ ਆਤਮਾ ਦੀ ਭੁੱਖ ਨੂੰ ਬੁਝਾ ਨਹੀਂ ਸਕਦੀ। तो ਅੱਜ ਸਾਡਾ ਵਿਸ਼ਾ ਆ ਕਿ ਪਰਮੇਸ਼ਰ ਦਾ ਵਚਨ ਮੇਰੇ ਆਤਮਾ ਦਾ ਭੋਜਨ ਹੈ। ਪਰਮੇਸ਼ਰ ਦਾ ਵਚਨ ਮੇਰੇ ਆਤਮਾ ਦਾ ਭੋਜਨ ਹੈ। ਆਓ ਅਸੀਂ ਇਸ ਵਚਨ ਨੂੰ ਸਿੱਖਣ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਹਾਂ। ਸਵਰਗੀ ਪਿਤਾ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰ ਫਿਰ ਤੋਂ ਤੁਸੀਂ ਆਪਣਾ ਵਚਨ ਸਿੱਖਣ ਦੇ ਲਈ ਸਾਨੂੰ ਮੌਕਾ ਦਿੱਤਾ ਆ। ਤੇਰਾ ਵਚਨ ਅਸੀਂ ਸਿੱਖਣ ਦੇ ਲਈ ਜਾ ਰਹੇ ਹਾਂ। ਪਿਤਾ ਜੀ, ਤੁਸੀਂ ਸਾਡੀ ਸਮਝ ਨੂੰ, ਸਾਡੀ ਬੁੱਧ ਨੂੰ ਖੋਲੋ। ਪਵਿੱਤਰ ਆਤਮਾ, ਤੁਸੀਂ ਸਾਨੂੰ ਸਿਖਾਓ।
ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਆਓ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਮੱਤੀ ਦੀ ਅੰਜੀਲ उसका 4 अध्याय उसका 4 वचन। आओ असी परमेश्वर के वचन चो देखांगे मत्ती दी अंजील 4 अध्याय उसका 4 वचन। पर उन्हें उत्तर दिता, लिखिया है भई इंसान निरी रोटी नाल ही जिउंदा नहीं रहेगा, पर हरेक वाक नाल जिहड़ा परमेश्वर दे मुखों निकलदा है। प्रभु यीशु जब 40 दिन उजाड़ दे विच भुखे रहे, तद परताउण वाला प्रभु यीशु दे कोल आया और उसने आण के प्रभु यीशु नूं आख्या कि तू इन्हां पत्थरां नूं आख के रोटियां बन जाण। पर प्रभु यीशु ने आख्या कि मनुख निरा रोटी दे नाल ही जिउंदा नहीं रहेगा, हरेक वाक जो परमेश्वर दे मूंह दे विचों निकलदा है। परमेश्वर दा वचन साडे आत्मा दा भोजन है, एक खुद प्रभु यीशु ने आख्या है। सृष्टिकर्ता परमेश्वर जद उद्धारकर्ता बन के चल रहा सी तो उसने मनुख दे आत्मा दी जो भुख प्यास बुझाए जान वाली वस्तु का जिक्र किया है, और वो वस्तु है परमेश्वर दा वचन। प्रभु यीशु ने आख्या मनुख निरा रोटी दे नाल ही जिउंदा नहीं रहेगा, पर हरेक वाक जो परमेश्वर दे मूंह दे विचों निकलदा है। अज आपां जदों देखिए तो मनुख दे लई सब तो जरूरी चीज आ उसका भोजन। जेकर मनुख ने जिउंदे रहना है तो उसनूं भोजन चाहिदा है। कोई भी मनुख भोजन के बिना ज्यादा दिन तक जिंदा नहीं रह सकता, इसलिए भोजन उसकी जरूरत है। उसनूं अपने जीवन दे विच दिन दे विच 1 बार 2 बार 3 बार भोजन खाना जरूरी है, और जदों वो सही तरीके नाल भोजन खांदा है तो वो फिर तंदुरुस्त हुंदा है। प्रभु यीशु अपने जीवन दे विच परमेश्वर दे वचन नूं एक भोजन की तरह जाणदे सी। जिवें भोजन जरूरी आ, उसे तरह परमेश्वर का वचन भी जरूरी है। इसलिए जदों शैतान प्रभु यीशु नूं परताउण दे लई आया तो प्रभु यीशु ने आख्या कि मनुख निरा रोटी दे नाल ही जिउंदा नहीं रहेगा, हरेक वाक जो परमेश्वर दे मूंह दे विचों निकलदा है। प्रभु यीशु 12 साल की उम्र दे विच ही अपने आप नूं परमेश्वर दे वचन दे नाल भर लिया सी। आपां देखदे हां कि मरियम और यूसुफ 12 साल की उम्र दे विच जदों प्रभु यीशु नूं मंदिर दे विच लैके गए तो प्रभु यीशु तो ग्रंथियां ने सवाल किए। प्रभु यीशु ने उन्हां दे सवालों के जवाब दिते और वो जवाब सुन के हैरान रह गए। इन्ना ही नहीं, प्रभु यीशु ने उन्हां तो सवाल भी पूछे। तो आपां देखदे हां 12 साल की उम्र दे विच ही प्रभु यीशु आत्मा दे विच कितना बलवंत हो गए सी। इसलिए असीं हर दिन परमेश्वर दे वचन नूं पढ़ना है। किहड़ा व्यक्ति आत्मा च मजबूत हो सकता है, किहड़ा व्यक्ति आत्मा च बलवंत हो सकदा, उही व्यक्ति जो अपने जीवन दे विच परमेश्वर दे वचन नूं आत्मा दा भोजन मान के चलदा है। जिवें शरीर दे भोजन दी असीं इच्छा रखदे हां, शरीर दा भोजन असीं खाने आ, शरीर दे भोजन तो बिना असीं रह नहीं सकदे, उसे तरह ही आत्मा दे भोजन नूं खाण दी भी असीं आदत पाउणी है। अज आपां देखदे हां किन्ने विश्वासी हफ्ता हफ्ता 2-2 हफ्ते महीना महीना परमेश्वर का वचन नहीं पढ़ते, और उसका नतीजा की हुंदा आ, जब उन्होंने जीवन दे विच समस्या आउंदी आ, परेशानी आउंदी आ, तो डगमगाउण लगदे आ। उन्होंने डगमगाउण का कारण की है? क्योंकि वो परमेश्वर का वचन सही तरीके दे नाल खांदे नहीं रहिंदे। परमेश्वर का जो वचन है ये पुराने विश्वासी दे लई तो मांस है, पर नवे विश्वासी दे लई दुध है। जिवें एक नवे जम्मे बच्चे नूं
ਵਾਰ-ਵਾਰ ਦੁੱਧ ਪੀਣ ਦੀ ਆਦਤ ਹੁੰਦੀ ਆ। ਨਵਾਂ ਜੰਮਿਆ ਬੱਚਾ ਦੁੱਧ ਬਿਨਾਂ ਰਹਿ ਨਹੀਂ ਸਕਦਾ, ਉਹ ਰੋ-ਰੋ ਕੇ ਦੁੱਧ ਮੰਗਦਾ ਆ। ਉਸੇ ਤਰ੍ਹਾਂ ਹੀ ਇੱਕ ਨਵੀਂ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਵੀ ਇਹ ਵਚਨ ਦੁੱਧ ਦੀ ਤਰ੍ਹਾਂ ਕੰਮ ਕਰਦਾ ਆ। ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵਿਆਂ ਜੰਮਿਆ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ, ਭਈ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ। ਪ੍ਰਭੂ ਦਾ ਦਾਸ ਪਤਰਸ ਇੱਥੇ ਪਰਮੇਸ਼ਰ ਦੇ ਵਚਨ ਦੀ ਤੁਲਨਾ ਦੁੱਧ ਦੇ ਨਾਲ ਕਰ ਰਿਹਾ ਹੈ। ਦੁੱਧ ਵੀ ਇੱਕ ਬੱਚੇ ਦਾ ਭੋਜਨ ਹੈ। ਤਾਂ ਪਰਮੇਸ਼ਰ ਦਾ ਵਚਨ ਆਖਦਾ ਆ ਕਿ ਤੁਸੀਂ ਕੌਣ? ਜਿਨ੍ਹਾਂ ਦਾ ਨਵਾਂ ਜਨਮ ਹੋ ਗਿਆ ਆ। ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਵਚਨ ਦੀ ਭੁੱਖ ਹਰ ਕਿਸੇ ਨੂੰ ਲੱਗ ਨਹੀਂ ਸਕਦੀ। ਅੱਜ ਆਪਾਂ ਬਹੁਤ ਭੀੜਾਂ ਦੀਆਂ ਭੀੜਾਂ ਇੱਧਰ ਉੱਧਰ ਭਟਕਦੀਆਂ ਦੇਖਦੇ ਹਾਂ, ਔਰ ਉਹ ਭੀੜਾਂ ਦੇ ਵਿੱਚ ਲੋਕ ਅਦਭੁਤ ਕੰਮਾਂ ਨੂੰ, ਚਮਤਕਾਰਾਂ ਨੂੰ ਪਸੰਦ ਕਰਦੇ ਆ, ਪਰ ਪਰਮੇਸ਼ਰ ਦੇ ਵਚਨ ਦੀ ਭੁੱਖ ਪਿਆਸ ਉਹ ਆਪਣੇ ਜੀਵਨ ਦੇ ਵਿੱਚ ਨਹੀਂ ਰੱਖਦੇ। ਇੱਕ ਵਚਨ ਤੋਂ ਜੰਮੇ ਵਿਸ਼ਵਾਸੀ ਦੀ ਪਹਿਚਾਣ ਇਹੀ ਆ ਕਿ ਉਹ ਪਰਮੇਸ਼ਰ ਦੇ ਵਚਨ ਨੂੰ ਆਤਮਾ ਦਾ ਭੋਜਨ ਸਮਝ ਕੇ ਹਰ ਦਿਨ ਪੜ੍ਹਦਾ ਆ, ਸਿੱਖਦਾ ਆ। ਤੋ ਪਤਰਸ ਪ੍ਰਭੂ ਯੀਸ਼ੂ ਦਾ ਰਸੂਲ ਇੱਥੇ ਲਿਖਦਾ ਆ ਕਿ ਤੁਸੀਂ ਨਵਿਆਂ ਜੰਮਿਆ ਹੋਇਆਂ ਬੱਚਿਆਂ ਵਾਂਗਰ ਆਤਮਿਕ ਅਤੇ ਖਾਲਸ ਦੁੱਧ ਦੀ ਲੋਚ ਕਰੋ। ਜਦ ਇੱਕ ਨਵਾਂ ਬੱਚਾ ਜਨਮ ਲੈਂਦਾ ਆ, ਤੋ ਜਨਮ ਉਹਦੇ ਲੈਣ ਤੋਂ ਬਾਅਦ ਡਾਕਟਰ ਦੇਖਦੇ ਆ ਕਿ ਉਹ ਬੱਚਾ ਰੋਇਆ ਜਾਂ ਨਹੀਂ ਰੋਇਆ। ਉਹ ਬੱਚੇ ਨੂੰ ਰਵਾਉਂਦੇ ਆ। ਉਹ ਬੱਚੇ ਦਾ ਰੋਣਾ ਦੱਸਦਾ ਆ ਕਿ ਉਹ ਬੱਚਾ ਬਿਲਕੁਲ ਤੰਦਰੁਸਤ ਹੈ। ਪਰ ਜੇਕਰ ਬੱਚਾ ਨਾ ਰੋਵੇ ਤਾਂ ਡਾਕਟਰ ਇੱਕ ਚਿੰਤਾ ਦੇ ਵਿੱਚ ਪੈ ਜਾਂਦੇ ਆ, ਮਾਪੇ ਇੱਕ ਚਿੰਤਾ ਦੇ ਵਿੱਚ ਪੈ ਜਾਂਦੇ ਆ। ਜੇਕਰ ਪਰਮੇਸ਼ਰ ਦੇ ਵਚਨ ਦੀ ਭੁੱਖ ਪਿਆਸ ਤੁਹਾਡੇ ਜੀਵਨ 'ਚ ਨਹੀਂ ਆਉਂਦੀ ਤਾਂ ਇਸ ਦਾ ਮਤਲਬ ਆ ਤੁਹਾਡੇ ਅੰਦਰ ਨਵਾਂ ਜਨਮ ਨਹੀਂ ਹੋਇਆ। ਜੋ ਤੁਹਾਡੇ ਜੀਵਨ ਦੀਆਂ ਕੁਝ ਬੁਰੀਆਂ ਆਦਤਾਂ ਨੇ ਤੁਹਾਨੂੰ ਰੋਕ ਲਿਆ ਆ। ਇਸ ਲਈ ਪ੍ਰਭੂ ਦਾ ਦਾਸ ਪਤਰਸ ਲਿਖਦਾ ਆ ਕਿ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਿਕ ਅਤੇ ਖਾਲਸ ਦੁੱਧ ਦੀ ਲੋਚ ਕਰੋ, ਤਾਂ ਜੋ ਤੁਸੀਂ ਮੁਕਤੀ ਲਈ ਵਧਦੇ ਜਾਓ। ਮੁਕਤੀ ਦਾ ਕੰਮ ਪੂਰਾ ਹੋਣਾ ਆ ਤਾਂ ਪਰਮੇਸ਼ਰ ਦੇ ਵਚਨ ਦੀ ਲੋਚ ਆਪਣੇ ਜੀਵਨ 'ਚ ਰੱਖਣੀ ਆ। ਔਰ ਇੱਥੇ ਇੱਕ ਖਾਸ ਸ਼ਬਦ ਲਿਖਿਆ ਆ, ਖਾਲਸ ਦੁੱਧ ਦੀ ਲੋਚ ਕਰੋ, ਸ਼ੁੱਧ ਦੁੱਧ ਦੀ ਲੋਚ ਕਰੋ, ਪਿਓਰ ਦੁੱਧ ਦੀ ਲੋਚ ਕਰੋ। ਜੇਕਰ ਬੱਚੇ ਨੂੰ ਮਿਲਾਵਟ ਦਾ ਦੁੱਧ ਪਿਆਵਾਂਗੇ, ਉਹ ਬੱਚਾ ਕੱਦ ਕਾਠ ਨਹੀਂ ਕਰੇਗਾ, ਵਧੇਗਾ ਨਹੀਂ। ਪਰ ਜੇਕਰ ਉਸਨੇ ਅੱਛੇ ਤਰੀਕੇ ਨਾਲ ਵਧਣਾ ਹੈ ਤਾਂ ਉਸਨੂੰ ਖਾਲਸ ਦੁੱਧ ਚਾਹੀਦਾ ਹੈ। ਤਾਂ ਅਸੀਂ ਦੇਖ ਰਹੇ ਹਾਂ ਪਰਮੇਸ਼ਰ ਦਾ ਵਚਨ ਸਾਡੇ ਆਤਮਾ ਦਾ ਭੋਜਨ ਹੈ, ਔਰ ਇਹ ਪ੍ਰਭੂ ਯੀਸ਼ੂ ਨੇ ਖੁਦ ਆਖਿਆ ਹੈ। ਔਰ ਆਪਾਂ ਦੇਖਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਬਹੁਤ ਜ਼ਿਆਦਾ ਸਬਰ ਰੱਖਣ ਵਾਲਾ ਵਿਅਕਤੀ ਅਯੂਬ, ਜਿਸ ਦੇ ਜੀਵਨ ਦੇ ਵਿੱਚ ਦੁੱਖ ਆਇਆ, ਪਰੇਸ਼ਾਨੀ ਆਈ। ਅਯੂਬ ਦੀ ਪਤਨੀ ਵੀ ਉਸ ਦੇ ਵਿਰੁੱਧ ਬੋਲਣ ਲੱਗੀ, ਪਰ ਤਦ ਵੀ ਅਯੂਬ ਬੋਲਦਾ ਆ ਕਿ ਪਰਮੇਸ਼ਰ ਨੇ ਦਿੱਤਾ, ਪਰਮੇਸ਼ਰ ਨੇ ਲਿਆ, ਉਸ ਦਾ ਨਾਮ ਮੁਬਾਰਕ ਹੋਵੇ। ਅਯੂਬ ਕਿਵੇਂ ਇਹਨਾਂ ਵਿਸ਼ਵਾਸ ਦੇ ਵਿੱਚ ਖੜਾ ਰਿਹਾ? ਕਿਉਂਕਿ ਅਯੂਬ ਵੀ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਆਤਮਾ ਦੇ ਭੋਜਨ ਦਾ ਸਥਾਨ ਦਿੰਦਾ ਸੀ। ਆਓ ਅਸੀਂ ਪਰਮੇਸ਼ਰ ਦੇ ਵਚਨ ਤੋਂ ਪੜ੍ਹਦੇ ਹਾਂ। ਅਯੂਬ ਦੀ ਕਿਤਾਬ 23 ਅਧਿਆਇ ਉਸ ਦਾ 12 ਵਚਨ। ਉਹਦੇ ਬੁੱਲਾਂ ਦੇ ਹੁਕਮ ਤੋਂ ਮੈਂ ਨਾ ਹਟਿਆ, ਉਹਦੇ ਮੂੰਹ ਦੀਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਕ ਕਦਰ ਕੀਤੀ। ਇੱਥੇ ਲਿਖਿਆ ਆ ਕਿ ਉਹਦੇ ਮੂੰਹ ਦੀਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਕ ਕਦਰ ਕੀਤੀ। ਮੈਨੂੰ ਮੇਰੇ ਸਰੀਰ ਦਾ ਭੋਜਨ ਮਿਲਣਾ ਜ਼ਰੂਰੀ ਨਹੀਂ, ਮੇਰੇ ਆਤਮਾ ਨੂੰ ਜੋ ਭੋਜਨ ਚਾਹੀਦਾ ਆ ਉਸ ਦੀ ਮੈਂ ਵਧੇਕ ਕਦਰ ਕਰਨੀ ਹੈ। ਮੇਰੇ ਪਿਆਰਿਓ, ਕੀ ਤੁਸੀਂ ਹਰ ਰੋਜ਼ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਰਹੇ ਹੋ? ਕਿ ਜਿਵੇਂ ਸਰੀਰ ਦੇ ਭੋਜਨ ਦੀ ਤੁਸੀਂ ਚਿੰਤਾ ਕਰਦੇ ਹੋ, ਕਿ ਆਤਮਾ ਦੇ ਭੋਜਨ ਦੀ ਚਿੰਤਾ ਤੁਹਾਡੇ ਅੰਦਰ ਹੈ? ਅਸੀਂ ਆਪਣੇ ਜੀਵਨ ਤੇ ਧਿਆਨ ਕਰੀਏ। ਅਸੀਂ ਆਪਣੇ ਜੀਵਨ ਦੇ ਵਿੱਚ ਕਿੰਨੇ ਵੀ
ਕੰਮਾਂ ਦੇ ਵਿੱਚ ਵਿਅਸਤ ਕਿਉਂ ਨਾ ਹੋਈਏ, ਇੱਕ ਵੀ ਦਿਨ ਅਸੀਂ ਭੋਜਨ ਤੋਂ ਬਿਨਾਂ ਨਹੀਂ ਰਹਿੰਦੇ। ਹੁਣ ਤੱਕ ਜਿੰਨੀ ਵੀ ਤੁਹਾਡੀ ਉਮਰ ਹੋਈ ਆ, ਪਿਛਲੇ ਸਾਲਾਂ ਤੇ ਨਿਗਾਹ ਮਾਰ ਕੇ ਦੇਖੀਏ, ਹਰ ਦਿਨ ਭੋਜਨ ਨੂੰ ਖਾਧਾ ਆ, ਸਰੀਰ ਦੇ ਭੋਜਨ ਦੀ ਜ਼ਰੂਰਤ ਮਹਿਸੂਸ ਹੋਈ ਹੈ। ਫਿਰ ਆਤਮਾ ਦਾ ਭੋਜਨ ਖਾਣਾ ਅਸੀਂ ਕਿਵੇਂ ਭੁੱਲ ਜਾਂਦੇ? ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ, ਹੋਸ਼ਿਆ ਦੀ ਕਿਤਾਬ ਦੇ ਵਿੱਚ ਪ੍ਰਭੂ ਕੀ ਆਖਦਾ ਹੈ। ਹੋਸ਼ਿਆ ਦੀ ਕਿਤਾਬ ਉਸਦਾ 4 ਅਧਿਆਏ ਉਸਦਾ 6 ਵਚਨ ਮੈਂ ਪੜ੍ਹਦਾ ਹਾਂ। ਮੇਰੀ ਪ੍ਰਜਾ ਗਿਆਨ ਵਿਹੂਣੀ ਨਾਸ਼ ਹੁੰਦੀ ਹੈ, ਕਿਉਂ ਜੋ ਤੈਂ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ। ਪ੍ਰਭੂ ਇੱਥੇ ਇਸਰਾਇਲ ਨੂੰ ਬੋਲਦਾ ਹੈ ਕਿ ਉਹ ਲੋਕ ਗਿਆਨ ਤੋਂ ਬਿਨਾਂ ਨਾਸ਼ ਹੋ ਰਹੇ ਆ, ਇਸ ਲਈ ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰ ਦਾਂਗਾ। ਜਾਜਕ ਹੋਣ ਤੋਂ ਰੱਦ ਕਰਨ ਦਾ ਮਤਲਬ, ਪਰਮੇਸ਼ਰ ਨੇ ਜਦੋਂ ਇਸਰਾਇਲ ਕੌਮ ਨੂੰ ਚੁਣਿਆ ਤੇ ਇਸਰਾਇਲ ਕੌਮ ਦੇ ਵਿੱਚੋਂ ਇੱਕ ਖਾਸ ਗਰੁੱਪ ਨੂੰ ਆਪਣੇ ਲਈ ਅਲੱਗ ਕੀਤਾ। ਉਹ ਸੀ ਜਾਜਕਾਂ ਦਾ ਗਰੁੱਪ, ਜੋ ਮੇਰੀ ਉਪਸਥਿਤੀ 'ਚ ਚੱਲ ਸਕਣ। ਤਾਂ ਪ੍ਰਭੂ ਬੋਲਦਾ ਆ, ਜੋ ਲੋਕ ਮੇਰੇ ਗਿਆਨ ਨੂੰ ਰੱਦ ਕਰਦੇ ਆ, ਉਹਨਾਂ ਨੂੰ ਮੈਂ ਜਾਜਕ ਹੋਣ ਤੋਂ ਰੱਦ ਕਰ ਦੂੰਗਾ। ਮਤਲਬ ਮੈਂ ਆਪਣੀ ਉਪਸਥਿਤੀ 'ਚੋਂ ਹਟਾ ਦੂੰਗਾ। ਤੈਂ ਗਿਆਨ ਨੂੰ ਰੱਦ ਕੀਤਾ, ਇਸ ਲਈ ਮੈਂ ਤੈਨੂੰ ਜਾਜਕ ਹੋਣ ਤੋਂ ਰੱਦ ਕਰ ਦਿਆਂਗਾ। ਤੂੰ ਆਪਣੇ ਪਰਮੇਸ਼ਰ ਦੀ ਵਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ। ਜੇਕਰ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਨਾ ਭੁੱਲ ਰਹੇ ਹਾਂ, ਸਾਡਾ ਔਰ ਸਾਡੇ ਬੱਚਿਆਂ ਦਾ ਭਵਿੱਖ ਖਤਰੇ 'ਚ ਆ। ਤੂੰ ਮੇਰੀ ਵਿਵਸਥਾ ਨੂੰ ਭੁੱਲ ਗਿਆ, ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ। ਜਿਹੜੇ ਲੋਕ ਪਰਮੇਸ਼ਰ ਦੀ ਵਿਵਸਥਾ ਦੇ ਨਾਲ ਪ੍ਰੇਮ ਰੱਖਦੇ ਆ, ਜਿਹੜੇ ਲੋਕ ਪਰਮੇਸ਼ਰ ਦੀ ਵਿਵਸਥਾ ਦੇ ਲਈ ਪਿਆਸ ਰੱਖਦੇ ਆ, ਉਹ ਲੋਕ ਹੀ ਨਹੀਂ, ਉਹਨਾਂ ਦੀ ਪੀੜ੍ਹੀ ਵੀ ਮੁਬਾਰਕ ਹੁੰਦੀ ਆ। ਉਹ ਪਰਮੇਸ਼ਰ ਬੋਲਦਾ ਆ, ਮੈਂ ਅਬਰਾਹਾਮ ਦਾ, ਇਸਹਾਕ ਦਾ, ਯਾਕੂਬ ਦਾ ਪਰਮੇਸ਼ਰ ਆ। ਇਸ ਲਈ ਅਸੀਂ ਸਰੀਰ ਦੇ ਭੋਜਨ ਦੇ ਨਾਲੋਂ ਵੱਧ ਕਦਰ ਆਤਮਾ ਦੇ ਭੋਜਨ ਦੀ ਕਰ ਰਹੇ ਹਾਂ। ਹੋ ਸਕਦਾ ਤੁਸੀਂ ਅੱਛੇ ਭਜਨ ਬੋਲਣ ਵਾਲੇ ਇੱਕ ਅੱਛੇ ਆਰਾਧਕ ਹੋ ਸਕਦੇ ਹੋ, ਤੁਸੀਂ ਸਾਰਾ ਦਿਨ ਪ੍ਰਾਰਥਨਾ ਕਰਨ ਵਾਲੇ ਹੋ ਸਕਦੇ ਹੋ, ਕਿ ਤੁਸੀਂ ਹਰ ਦਿਨ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਰਹੇ ਹੋ। ਯਿਰਮੀਆ ਬੋਲਦਾ ਹੈ, ਤੇਰੀਆਂ ਗੱਲਾਂ ਮੈਨੂੰ ਲੱਭੀਆਂ ਤੇ ਮੈਂ ਉਹਨਾਂ ਨੂੰ ਖਾ ਲਿਆ। ਆਪਾਂ ਪ੍ਰਭੂ ਦੇ ਵਚਨ ਤੋਂ ਦੇਖਦੇ ਹਾਂ, ਯਿਰਮੀਆ ਨਬੀ ਵੀ ਪਰਮੇਸ਼ਰ ਦੇ ਵਚਨ ਨੂੰ ਆਤਮਾ ਦੇ ਭੋਜਨ ਦੀ ਤਰ੍ਹਾਂ ਲੈਂਦਾ ਹੈ। ਯਿਰਮੀਆ ਦੀ ਕਿਤਾਬ 15 ਅਧਿਆਏ ਉਸਦਾ 16 ਵਚਨ ਅਸੀਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਯਿਰਮੀਆ ਨਬੀ ਵੀ ਪਰਮੇਸ਼ਰ ਦੇ ਵਚਨ ਨੂੰ ਆਤਮਾ ਦੇ ਭੋਜਨ ਦੀ ਤਰ੍ਹਾਂ ਜਾਣਦਾ ਹੈ। ਯਿਰਮੀਆ ਦੀ ਕਿਤਾਬ 15 ਅਧਿਆਏ ਉਸਦਾ 16 ਵਚਨ, ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ। ਹਾਲੇਲੂਇਆ। ਹਿੰਦੀ ਦੇ ਵਿੱਚ ਲਿਖਿਆ, तेरे वचन मेरे पास पहुंचे और मानो मैंने उनको खा लिया। ਪਰਮੇਸ਼ਰ ਦੇ ਵਚਨ ਜਦੋਂ ਸਾਨੂੰ ਮਿਲਦੇ ਆ, ਪਰਮੇਸ਼ਰ ਦੇ ਵਚਨ ਜਦੋਂ ਅਸੀਂ ਪੜ੍ਹਦੇ ਆ, ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਸਿੱਖਦੇ ਆ, ਪਰਮੇਸ਼ਰ ਦੇ ਵਚਨ ਨੂੰ ਇੱਕ ਭੋਜਨ ਦੀ ਤਰ੍ਹਾਂ ਲੈਣਾ ਆ। ਪਰਮੇਸ਼ਰ ਦਾ ਵਚਨ ਖਾਣ ਦੀ ਵਸਤੂ ਆ, ਇਹ ਖਾਣ ਵਾਲੀ ਵਸਤੂ ਆ। ਔਰ ਜਦੋਂ ਅਸੀਂ ਇਸ ਵਚਨ ਨੂੰ ਖਾਂਦੇ ਆ, ਸਾਨੂੰ ਇੱਕ ਨਵਾਂ ਬਲ ਮਿਲਦਾ ਆ। ਪਰਮੇਸ਼ਰ ਦੇ ਵਚਨ ਨੂੰ ਖਾਣ ਵਾਲੇ ਸੰਸਾਰ ਦੇ ਅੱਗੇ ਝੁਕਦੇ ਨਹੀਂ। ਇਸ ਲਈ ਅਸੀਂ ਸ਼ਦਰਕ, ਮਿਸ਼ਕ, ਅਬਦਨਗੋ ਨੂੰ ਅੱਗ ਦੀ ਭੱਠੀ ਦੇ ਸਾਹਮਣੇ ਖੜਿਆ ਦੇਖਦੇ ਹਾਂ, ਰਾਜੇ ਦੇ ਸਾਹਮਣੇ ਖੜਿਆ ਦੇਖਦੇ ਹਾਂ। ਕਿਉਂ? ਉਹ ਉਸ ਮੂਰਤੀ ਦੇ ਅੱਗੇ ਨਹੀਂ ਝੁਕੇ, ਕਿਉਂਕਿ ਪਰਮੇਸ਼ਰ ਦਾ ਵਚਨ ਉਹਨਾਂ ਨੇ ਖਾਧਾ ਸੀ। ਇੱਥੇ ਲਿਖਿਆ, ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ। ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ ਅਤੇ ਮੇਰੇ ਦਿਲ ਦਾ ਆਨੰਦ ਸਨ। ਤੇਰੇ ਵਚਨ ਮੈਨੂੰ ਮਿਲੇ, ਤੇਰੇ ਵਚਨਾਂ ਨੂੰ ਮੈਂ ਖਾ ਲਿਆ ਔਰ ਤੇਰੇ ਵਚਨ ਮੇਰੇ ਦਿਲ ਨੂੰ ਖੁਸ਼ੀ ਦੇਣ ਲੱਗੇ, ਮੇਰੇ ਦਿਲ ਨੂੰ ਆਨੰਦ ਦੇਣ ਲੱਗੇ। ਮੇਰੇ ਪਿਆਰਿਓ, ਇਹ ਦੁਨੀਆ ਦਾ ਆਨੰਦ ਥੋੜੀ ਦੇਰ ਦੇ ਲਈ ਆ, ਪਰ ਪਰਮੇਸ਼ਰ ਦਾ ਵਚਨ ਜੋ ਸਾਨੂੰ ਆਨੰਦ ਦਿੰਦਾ ਆ, ਉਹ ਸਦਾ ਦਾ ਆਨੰਦ ਆ। ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ। ਤੇਰੀਆਂ ਗੱਲਾਂ ਮੇਰੇ ਦਿਲ ਲਈ ਖੁਸ਼ੀ, ਮੇਰੇ ਦਿਲ ਦਾ ਆਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਖਵਾਉਂਦਾ ਹਾਂ, हे ਯਹੋਵਾ ਸੈਨਾ ਦੇ ਪਰਮੇਸ਼ਰ। ਔਰ ਇਹ ਜੋ ਪਰਮੇਸ਼ਰ ਦਾ ਵਚਨ ਆ, ਇਹ ਤੁਹਾਡੇ ਜੀਵਨ 'ਚ ਕੰਮ ਕਰੂਗਾ ਔਰ ਤੁਹਾਡੇ ਜੀਵਨ ਨੂੰ ਬਦਲ ਦੇਊਗਾ। ਔਰ ਅਗਲੇ ਵਚਨ ਦੇ ਵਿੱਚ ਲਿਖਿਆ ਆ, ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ।
ਇਹ ਵਚਨ ਤੁਹਾਡੇ ਚਾਲ ਚੱਲਣ ਨੂੰ ਬਦਲ ਦੇਊਗਾ। ਮਨੁੱਖ ਦੇ ਵਚਨ ਕਿਸੇ ਨੂੰ ਬਦਲ ਨਹੀਂ ਸਕਦੇ, ਪਰ ਪਰਮੇਸ਼ਰ ਦਾ ਵਚਨ ਇੱਕ ਮਨੁੱਖ ਦੇ ਜੀਵਨ ਨੂੰ ਬਦਲ ਦਿੰਦਾ ਆ। ਫਿਰ ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ 'ਚ ਨਾ ਬੈਠਾ। ਇਸ ਲਈ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਆਤਮਾ ਦਾ ਭੋਜਨ ਮੰਨਦੇ ਹੋਏ ਚੱਲਣਾ ਹੈ। ਪ੍ਰਭੂ ਯਿਸੂ ਨੇ ਆਖਿਆ, ਮਨੁੱਖ ਨਿਰੀ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ ਰਹੇਗਾ, ਹਰੇਕ ਵਾਕ ਜੋ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਹੈ। ਜਦੋਂ ਅਸੀਂ ਜ਼ਬੂਰਾਂ ਦੀ ਕਿਤਾਬ ਪੜ੍ਹਦੇ ਹਾਂ, ਜ਼ਬੂਰਾਂ ਦੀ ਕਿਤਾਬ ਦੇ ਪਹਿਲੇ ਅਧਿਆਇ ਤੋਂ ਹੀ ਅਸੀਂ ਇੱਕ ਐਸੇ ਮਨੁੱਖ ਦੇ ਬਾਰੇ ਸਿੱਖਦੇ ਹਾਂ ਜਿਸ ਦੇ ਬਾਰੇ ਲਿਖਿਆ ਹੈ, ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਪਰ ਨਹੀਂ ਚੱਲਦਾ। ਇਹ ਉਹ ਮਨੁੱਖ ਆ ਜੋ ਅਲੱਗਤਾਈ ਦੇ ਵਿੱਚ ਚੱਲਦਾ ਹੈ। ਇਹ ਦੁਸ਼ਟ ਲੋਕਾਂ ਦੀ ਮੱਤ ਨਹੀਂ ਲੈਂਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਆ, ਅਤੇ ਨਾ ਮਖੌਲੀਆਂ ਦੀ ਝੁੰਡੀ ਵਿੱਚ ਬਹਿੰਦਾ ਹੈ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ। ਉਹ ਯਹੋਵਾ ਦੀ ਵਿਵਸਥਾ 'ਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਦਿਨ ਰਾਤ ਇੱਕ ਵਿਅਕਤੀ ਭੋਜਨ ਹਰ ਇੱਕ ਵਿਅਕਤੀ 2 ਟਾਈਮ ਖਾਂਦਾ ਹੈ, ਔਰ ਇਹ ਵਿਅਕਤੀ ਦੇ ਬਾਰੇ ਲਿਖਿਆ ਆ, ਇਹ ਵੀ ਦਿਨ ਰਾਤ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਹਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ। ਜੋ ਵਿਅਕਤੀ ਆਪਣੀਆਂ ਜੜ੍ਹਾਂ ਵਿਵਸਥਾ ਦੇ ਵਿੱਚ ਲਗਾ ਕੇ ਰੱਖਦਾ ਹੈ, ਜਿਵੇਂ ਇੱਕ ਰੁੱਖ ਆਪਣੀਆਂ ਜੜ੍ਹਾਂ ਪਾਣੀ ਦੇ ਵਿੱਚ ਲਗਾ ਕੇ ਰੱਖੇ, ਉਹ ਰੁੱਖ ਹਰਾ ਹੁੰਦਾ ਆ, ਉਹਦੇ ਪੱਤੇ ਨਹੀਂ ਕੁਮਲਾਉਂਦੇ, ਉਹਨੂੰ ਫਲ ਲੱਗਦਾ ਆ। ਉਸੇ ਤਰ੍ਹਾਂ ਹੀ ਜਿਸ ਵਿਸ਼ਵਾਸੀ ਦੀਆਂ ਜੜ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲੱਗੀਆਂ ਹੁੰਦੀਆਂ ਆ, ਉਹ ਵਿਸ਼ਵਾਸੀ ਹਰਿਆ ਭਰਿਆ ਰਹਿੰਦਾ ਆ। ਉਹਦੇ ਜੀਵਨ 'ਚੋਂ ਉਦਾਰ ਦੀ ਖੁਸ਼ੀ ਕਦੇ ਨਹੀਂ ਜਾਂਦੀ, ਔਰ ਉਸ ਦੇ ਜੀਵਨ ਦੇ ਵਿੱਚੋਂ ਫਲ ਮਿਲਦਾ ਆ। ਮੇਰੇ ਪਿਆਰਿਓ, ਜੇਕਰ ਅਸੀਂ ਆਪਣੇ ਉद्धार ਦੇ ਕੰਮ ਨੂੰ ਪੂਰਾ ਕਰਨਾ ਹੈ, ਆਪਣੀ ਦੌੜ ਨੂੰ ਪੂਰਾ ਕਰਨਾ ਆ, ਹਰ ਦਿਨ ਪਰਮੇਸ਼ਰ ਦੇ ਵਚਨ ਨੂੰ ਸਿੱਖਣਾ ਆ, ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਆ। ਕਿਉਂ ਪੜ੍ਹਨਾ ਆ? ਕਿਉਂਕਿ ਇਹ ਪਰਮੇਸ਼ਰ ਦਾ ਵਚਨ ਮੇਰੇ ਆਤਮਾ ਦਾ ਭੋਜਨ ਆ। ਅਸੀਂ ਵੀ ਯਿਰਮੀਆ ਦੀ ਤਰ੍ਹਾਂ ਬੋਲ ਉੱਠੀਏ, ਤੇਰੀਆਂ ਗੱਲਾਂ ਮੈਨੂੰ ਲੱਭੀਆਂ ਤੇ ਮੈਂ ਉਹਨਾਂ ਨੂੰ ਖਾ ਲਿਆ। ਅਸੀਂ ਵੀ ਅਯੂਬ ਦੀ ਤਰ੍ਹਾਂ ਬੋਲ ਉੱਠੀਏ, ਮੈਂ ਤੇਰੇ ਮੂੰਹ ਦੀਆਂ ਵਾਕਾਂ ਦੀ ਆਪਣੇ ਜ਼ਰੂਰੀ ਭੋਜਨ ਦੇ ਨਾਲੋਂ ਵੱਧ ਕਦਰ ਕਰਦਾ ਆ। ਅਸੀਂ ਵੀ ਇੱਕ ਨਵੇਂ ਜੰਮੇ ਬੱਚੇ ਦੇ ਲਈ ਚਲਾ ਉੱਠੀਏ, ਜੋ ਬੱਚਾ ਇੱਕ ਦੁੱਧ ਮੰਗਦਾ ਆ, ਔਰ ਅਸੀਂ ਵੀ ਪ੍ਰਭੂ ਯਿਸੂ ਤਰ੍ਹਾਂ ਬੋਲੀਏ, ਮਨੁੱਖ ਨਿਰੀ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ ਰਹਿੰਦਾ, ਹਰੇਕ ਵਾਕ ਜੋ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਹੈ। ਆइए ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਇਸ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ। ਸਵਰਗੀ ਪਿਤਾ, ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਪਵਿੱਤਰ ਵਚਨਾਂ ਦੇ ਲਈ। ਤੇਰੇ ਵਚਨ ਸਾਡੇ ਨਾਲ ਗੱਲ ਕਰਦੇ ਹਨ। ਪਵਿੱਤਰ ਪਰਮੇਸ਼ਰ, ਅੱਜ ਤੋਂ ਹਰ ਇੱਕ ਵਿਅਕਤੀ ਜਿਸ ਨੇ ਵੀ ਤੇਰੇ ਵਚਨ ਨੂੰ ਸੁਣਿਆ ਹੈ, ਤੇਰੇ ਵਚਨ ਨੂੰ ਸਿੱਖਣ ਵਾਲਾ ਬਣ ਜਾਏ, ਤੇਰੇ ਵਚਨ ਦੇ ਲਈ ਭੁੱਖ ਪਿਆਸ ਆਪਣੇ ਜੀਵਨ 'ਚ ਰੱਖਣ ਵਾਲਾ ਬਣ ਜਾਏ। ਸਾਰਾ ਆਦਰ ਮਹਿਮਾ ਤੁਹਾਡੇ ਨਾਮ ਦੀ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਆਮੀਨ। ਸਾਰਿਆਂ ਨੂੰ ਜੈ ਮਸੀਹ ਕੀ।